ਕਈ ਸਾਡੇ ਸੁਣਨ ਵਾਲੇ ਨੇ ਜਿਹੜੇ ਡਰਦੇ ਹੋਣਗੇ ਸ਼ਾਇਦ ਓਪਨ ਸੀ ਤੋਂ, ਜਿਹੜਾ ਸਮੁੰਦਰ ਆ ਪਤਾ ਨਹੀਂ ਕਿਹੋ ਜਿਹੇ ਰਾਜ਼ ਆਪਣੇ ਵਿੱਚ ਲੈ ਕੇ ਰੱਖਦਾ, ਪਰ ਜਿਵੇਂ ਬੜੇ ਸੋਹਣੇ ਸੋਹਣੇ ਜਿਹੜੇ ਰੂਟਸ ਨੇ, ਫੋਰ ਐਗਜ਼ਾਮਪਲ ਹਾਈਡਾ ਗਵਾਈ, ਰਾਈਟ, ਕੋਈ ਅਜਿਹਾ ਮੂਮੈਂਟ ਹੈਗਾ ਜਾਂ ਕੋਈ ਅਜਿਹੀ ਕਹਾਣੀ ਜਿਹੜੀ ਹਲੇ ਵੀ ਤੁਹਾਡੇ ਨਾਲ ਆ, ਜਿਹੜੀ ਤੁਸੀਂ ਐਕਸਪੀਰੀਅੰਸ ਕੀਤੀ ਹੋਵੇ ਇਨ ਦ ਓਪਨ ਸੀ? ਮੈਨੂੰ ਬੜੀ ਹੈਰਾਨੀ ਹੋਈ, ਡੌਲਫਿਨਸ ਜਾ ਰਹੀਆਂ ਸੀ ਪਾਣੀ, ਦੇ ਵਰ ਐਕਚੁਅਲੀ ਸਵਿਮਿੰਗ ਅਲੋਂਗ ਸਾਈਡ ਦ ਸ਼ਿਪ, ਤੇ ਲੋਕ ਬੈਠਾ ਨਹੀਂ ਸੀ ਕੋਈ, ਸਾਰੇ ਸ਼ਿਪ ਦੇ ਸਾਈਡ ਤੇ ਖੜੇ ਸੀ, ਫੋਟੋ ਲੈ ਰਹੇ ਸੀ, ਵੀਡੀਓ ਬਣਾ ਰਹੇ ਸੀ, ਐਂਡ ਇਟ ਵਾਸ ਅ ਵੈਰੀ ਹੈਪੀ, ਸੋ ਮੈਜੀਕਲ ਮਾਹੌਲ ਜਿਹੜਾ ਮੈਜੀਕਲ ਸੀ। ਸਾਡੇ ਲਈ ਤਾਂ ਅਸੀਂ BC ਫੈਰੀਜ਼ ਜਦੋਂ ਜਾਂਦੇ ਆ, ਲਾਈਨਅਪ ਦੇ ਵਿੱਚ ਲੱਗ ਕੇ ਕਾਰ ਪਾਰਕ ਕਰਕੇ ਆਰਾਮ ਦੇ ਨਾਲ ਬਾਹਰ ਵਿਊ ਇੰਜੋਏ ਕਰੀਦਾ, ਪਰ ਤੁਹਾਡਾ ਕੀ ਦਿਨ ਹੁੰਦਾ? ਹਾਊ ਡਜ਼ ਯੂਰ ਟਿਪੀਕਲ ਡੇ ਲੁੱਕ ਲਾਈਕ? ਕਿਹੋ ਜਿਹੀ ਰੁਕਾਵਟਾਂ ਹੁੰਦੀਆਂ ਨੇ? ਆਮ ਸੋ ਕਿਊਰੀਅਸ। ਵੈਦਰ ਕੈਂਸਲੇਸ਼ਨ ਸਭ ਤੋਂ ਵੱਡੀ ਜਿਹੜੀ ਚੀਜ਼ ਹੋ ਜਾਂਦੀ ਹੈ, ਦੈਨ ਸਮਥਿੰਗ ਵਿਚ nobody has control on. ਪਰ ਸਾਰਿਆਂ ਨੂੰ ਹੁੰਦਾ ਬਹੁਤ ਆ ਕਿ ਉਹਨੂੰ ਫੈਰੀ ਜਾਣਾ ਸੀ, ਕੈਂਸਲ ਹੋ ਗਏ, ਹੁਣ ਪਲਾਨਸ ਨੂੰ ਮੂਵ ਕਰਨਾ ਪੈਣਾ। It was a significant storm. It was building. We knew it was building. We had to do some cancellations. So overall, 75 sailings were cancelled that day. 75. Oh my gosh. And 5,800 people reservations were affected. But I think ਤੁਸੀਂ ਜਿਹੜੀ ਚੀਜ਼ ਸਮਝਦੇ ਹੋ, ਮੇਬੀ ਸਾਡੇ ਤੋਂ ਬੈਟਰ ਇਹ ਸਮਝਦੇ ਹੋ ਕਿ ਜੇ BC ਫੈਰੀਜ਼ ਵੱਲੋਂ ਕੋਈ ਕੈਂਸਲੇਸ਼ਨ ਆਈ ਆ ਤਾਂ ਉਹ ਤੁਹਾਡੀ ਆਪਣੀ ਸੇਫਟੀ ਦੇ ਲਈ ਆਈ ਆ। Absolutely. ਇਟਸ ਨਾਟ ਕਿ ਤੁਹਾਨੂੰ ਕੋਈ ਤੰਗ ਕਰਨਾ ਚਾਹੁੰਦਾ ਜਾਂ ਉਹਨਾਂ ਦੀ ਆਪਣੀ ਪਿੱਛੇ ਕੋਈ ਸ਼ਾਰਟੇਜ ਹੋ ਗਈ, ਖਿਜ਼ ਜਹਾਜ਼ਾਂ ਦਾ ਸੁਣੀਦਾ ਨਾ ਇੱਦਾਂ ਏਅਰਪਲੇਨ ਇੰਡਸਟਰੀ ਦੇ ਵਿੱਚ, ਪਰ ਇੱਥੇ ਤੁਹਾਡੀ ਸੇਫਟੀ ਨੂੰ ਮੱਦੇਨਜ਼ਰ ਰੱਖਦਿਆਂ ਹੀ ਕੈਂਸਲੇਸ਼ਨ। ਜਿਹੜੀਆਂ ਵਿਕਟੋਰੀਆ ਵੈਨਕੂਵਰ ਵਾਲੀ ਫੈਰੀ ਆ, ਟਰਮੀਨਲ ਦੇ ਵਿੱਚ, ਪੋਰਟ ਦੇ ਵਿੱਚ 25 ਮਿੰਟ ਮਿਲਦੇ ਆ ਸਕੇਜੂਲ 'ਚ। ਅੱਛਾ ਜੀ। ਉਹ 25 ਮਿੰਟ ਦੇ ਵਿੱਚ ਤਕਰੀਬਨ 700 ਵਹੀਕਲ ਆਵਾਜਾਈ ਕਰਦੇ ਆ। ਵਾਓ। ਅਪ ਟੂ 2,100 ਪੈਸੇਂਜਰਸ ਦੋ ਸ਼ਿਪਸ ਕੈਨ ਕੈਰੀ। ਉਸੇ ਪੀਰੀਅਡ ਦੇ ਵਿੱਚ ਸਟੋਰਸ ਵੀ ਲੈਣੇ ਆ, ਜਿਹੜੇ ਗਰੋਸਰੀ ਲੈਣੀਆਂ ਉਹਨਾਂ ਨੇ, ਸਪਲਾਈਜ਼ ਵੀ ਲੈਣੀਆਂ ਨੇ, ਉਹਦੇ 'ਚ ਗਾਰਬੇਜ ਰੀਸਾਈਕਲਿੰਗ ਵਗੈਰਾ ਉਹ ਵੀ ਅਪ ਡਾਊਨ ਹੁੰਦਾ, ਕਲੀਨਿੰਗ ਵੀ, ਉਹਦੇ 'ਚ ਕਰੂ ਚੇਂਜ ਵੀ ਹੋ ਜਾਂਦਾ। ਯੈਸ। ਸੋ ਇਟਸ ਅ ਵੈਰੀ ਫਾਸਟ ਪੇਸਡ ਐਨਵਾਇਰਨਮੈਂਟ। ਰੈਡ FM ਸੁਣ ਰਹੇ ਹੋ ਤੁਸੀਂ। ਦਿਸ ਇਜ਼ ਦ ਈਵਨਿੰਗ ਸ਼ੋ। ਅੱਜ ਦੇ ਈਵਨਿੰਗ ਸ਼ੋ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਕੈਪਟਨ ਹਰਦੀਪ ਗਰੇਵਾਲ, ਜੋ ਕਿ BC ਫੈਰੀਜ਼ ਦੇ ਨਾਲ ਡਾਇਰੈਕਟਰ ਫਲੀਟ ਆਪਰੇਸ਼ਨਸ ਦੀ ਪੋਸਟ 'ਤੇ ਕੰਮ ਕਰਦੇ ਨੇ। BC ਫੈਰੀਜ਼ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ। BC ਫੈਰੀਜ਼ ਦੇ ਜ਼ਰੀਏ ਸਾਡੇ ਜਿਹੜੇ ਵੱਖਰੇ ਟਾਪੂ ਨੇ ਉਹਨਾਂ ਦੇ ਨਾਲ ਅਸੀਂ ਜੁੜਦੇ ਹਾਂ, ਚਾਹੇ ਉਹ ਛੁੱਟੀਆਂ ਮਨਾਉਣ ਦੀ ਗੱਲ ਹੋਵੇ ਜਾਂ ਬਿਜ਼ਨਸ ਦੀ ਗੱਲ ਹੋਵੇ। BC ਫੈਰੀਜ਼ ਦਾ ਇਸਤੇਮਾਲ ਸਾਰਿਆਂ ਦਾ ਕਦੇ ਨਾ ਕਦੇ ਸਾਲ ਦੇ ਦੌਰਾਨ ਹੁੰਦਾ ਹੀ ਹੈ, ਪਰ ਕਿਹੜੇ ਲੋਕ ਨੇ, ਕਿਹੜੇ ਉਹ ਕਾਮੇ ਨੇ ਜੋ ਡਟ ਕੇ ਬਿਹਾਈਂਡ ਦ ਸੀਨਸ ਸਾਡੀ ਸੇਫਟੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਨੂੰ ਸੁਰੱਖਿਅਤ ਰੱਖਣ ਦੇ ਲਈ ਕੰਮ ਕਰਦੇ ਨੇ। ਉਹਨਾਂ ਵਿੱਚੋਂ ਇੱਕ ਨਾਮ ਹੈ ਕੈਪਟਨ ਹਰਦੀਪ ਗਰੇਵਾਲ ਜੀ ਦਾ। ਇਹਨਾਂ ਦੀ ਬਹੁਤ ਹੀ ਦਿਲਚਸਪ ਜਰਨੀ ਰਹੀ ਹੈ। ਕਾਫੀ ਖਤਰਨਾਕ ਰੂਟਸ ਤੋਂ ਵੀ ਇਹਨਾਂ ਨੇ ਆਪਣੇ ਆਪ ਨੂੰ ਢਾਲਿਆ ਹੈ, ਉਹਨਾਂ ਵਿੱਚੋਂ ਲੰਘੇ ਹਨ, ਚੈਲੰਜਸ ਦੇ ਵਿੱਚੋਂ ਲੰਘ ਕੇ ਸਿੱਖੇ ਹਨ। ਕਿਹੜੇ ਉਹ ਚੈਲੰਜਸ ਨੇ, ਕਿਹੜੇ ਲੈਸਨਸ ਨੇ, ਸਾਡੇ ਨਾਲ ਅੱਜ ਇਹ ਸ਼ਾਮਿਲ ਹੋ ਕੇ ਉਹਨਾਂ ਨੂੰ ਸ਼ੇਅਰ ਕਰਨਗੇ। ਕੈਪਟਨ ਗਰੇਵਾਲ ਜੀ, ਤੁਹਾਡਾ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਰੈਡ FM। ਸਤਿ ਸ਼੍ਰੀ ਅਕਾਲ ਜੀ, ਅਤੇ ਮੇਰੇ ਵੱਲੋਂ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। Thank you very much for inviting me here. It's my honor. Of course. ਕੈਪਟਨ ਗਰੇਵਾਲ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੰਟਰਵਿਊ ਟਾਈਪ ਸਵਾਲ ਹੀ ਪੁੱਛਣਾ ਚਾਹੂੰਗੀ। ਉਹ ਇਹ ਕਿ ਤੁਹਾਡਾ ਜਿਹੜਾ ਟਾਈਟਲ ਆ ਡਾਇਰੈਕਟਰ ਫਲੀਟ ਆਪਰੇਸ਼ਨਸ, ਇਹਦੇ ਬਾਰੇ ਕੁਝ ਦੱਸੋ। ਟਿਪੀਕਲ ਡੇ ਸਾਡੇ ਲਈ ਤਾਂ ਅਸੀਂ BC ਫੈਰੀਜ਼ ਜਦੋਂ ਜਾਂਦੇ ਹਾਂ, ਲਾਈਨਅਪ ਦੇ ਵਿੱਚ ਲੱਗ ਕੇ ਕਾਰ ਪਾਰਕ ਕਰਕੇ ਆਰਾਮ ਦੇ ਨਾਲ ਬਾਹਰ ਵਿਊ ਇੰਜੋਏ ਕਰੀਦਾ, ਪਰ ਤੁਹਾਡਾ ਕੀ ਦਿਨ ਹੁੰਦਾ? ਹਾਊ ਡਜ਼ ਯੂਰ ਟਿਪੀਕਲ ਡੇ ਲੁੱਕ ਲਾਈਕ? ਦੇਖੋ ਜੀ, ਜਿਵੇਂ ਕੋਈ ਵੀ ਲੀਡਰਸ਼ਿਪ ਰੋਲ ਆ, ਤੁਸੀਂ ਉਨੇ ਕੀ ਸਟਰੋਂਗ ਹੋ ਜਿੰਨੀ ਤੁਹਾਡੀ ਟੀਮ ਸਟਰੋਂਗ ਆ। ਬਿਲਕੁਲ। ਅਤੇ ਸਾਡੇ ਵੀ BC ਫੈਰੀਜ਼ ਵੀ ਤਕਰੀਬਨ ਸੇਮ ਉਹੀ ਸਟਾਈਲ ਆ ਜੀ। ਮੇਰਾ ਰੋਲ I'd say 4 pillars I call it. ਠੀਕ ਹੈ ਜੀ। The biggest, most important one is ਲੋਕ ਜਿਹੜੇ ਆ, ਮੇਰੀ ਟੀਮ, people who work for us. Financial accountability, which is also important. ਹਾਂਜੀ। ਸਾਡੀ ਰੈਗੂਲੇਟਰੀ ਕੰਪਲਾਇੰਸ ਬਹੁਤ ਇੰਪੋਰਟੈਂਟ ਆ, ਕਿਉਂਕਿ ਫੈਰੀ ਸਿਸਟਮ ਜਿਹੜਾ ਉਹ ਸਾਰਾ ਕੁਛ ਹੁਣ ਟਰਾਂਸਪੋਰਟ ਕੈਨੇਡਾ ਦੇ ਰੂਲਸ ਨੇ, ਵਰਕਸੇ BC ਦੇ ਰੂਲਸ ਨੇ, ਉਹ ਸਾਰੇ ਉਹ ਕੰਪਲਾਈ ਕਰਨੇ ਪੈਂਦੇ ਆ। ਸੋ ਆਈ ਹੈਵ ਟੂ ਲੁੱਕ ਇਨਟੂ ਦੈਟ ਟੂ। ਹਾਂਜੀ।
ਤੇ ਹੋਰ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਸਰਵਿਸ ਕੰਟੀਨਿਊਟੀ ਆ Okay. ਕਿਉਂਕਿ ਰੁਕਾਵਟਾਂ ਵੀ ਆਉਂਦੀਆਂ ਨੇ ਜਦੋਂ ਆਪਾਂ ਕਿਸੇ ਜਿਹੇ ਕੰਮ 'ਚ ਇੰਨਾ ਕੰਪਲਿਕੇਟਡ ਸਿਸਟਮ 'ਚ ਚੱਲਦੇ ਆ ਤੇ ਉਹ ਰੁਕਾਵਟ ਜਦੋਂ ਆਉਂਦੀ ਆ ਉਹਨੂੰ ਕਿਵੇਂ ਚਾਲੂ ਰੱਖਣਾ ਉਹ ਤੋਂ ਰਿਕਵਰ ਕਿਵੇਂ ਕਰਨਾ ਦੈਟ ਆਲਸੋ ਪਲੇਜ਼ ਬਿਗ ਰੋਲ। ਕਿਹੋ ਜਿਹੀਆਂ ਰੁਕਾਵਟਾਂ ਹੁੰਦੀਆਂ ਨੇ? ਆਮ ਸੋ ਕਿਊਰੀਅਸ। ਰੁਕਾਵਟਾਂ ਦੇਖੋ ਜੀ ਤਾਂ ਵੈਸੇ ਮਕੈਨੀਕਲ ਚੀਜ਼ਾਂ ਹੋ ਸਕਦੀਆਂ ਨੇ, ਕੋਈ ਪੁਰਾਣੇ ਸ਼ਿਪਸ ਨੇ ਸਾਡੇ ਕੋਲੇ ਚਲਾ ਰਹੇ ਆ ਉਹਨਾਂ 'ਚ ਕੁਛ ਇਸ਼ੂ ਆ ਜਾਂਦੀ ਹੈ। ਆਲਦੋ ਬਹੁਤ ਟੀਮਸ ਇੰਨੀਆਂ ਸਟਰੋਂਗ ਨੇ, ਤਿਆਰੀ ਕਰਦੀਆਂ ਨੇ, ਬਹੁਤ ਪਹਿਲਾਂ ਬਹੁਤ ਪਲੈਨਿੰਗ ਹੁੰਦੀ ਹੈ ਹਰੇਕ ਚੀਜ਼ ਦੀ। ਪ੍ਰੀਵੈਂਸ਼ਨ ਇਜ਼ ਆਲਵੇਜ਼ ਆਵਰ ਬਿਗੇਸਟ ਟਾਰਗੇਟ। ਯੈਸ। ਜਿਵੇਂ ਆਪਾਂ ਪਲਾਂਟ ਮੇਨਟੇਨੈਂਸ ਕਰਦੇ ਹਾਂ ਉਹ ਸਾਰਾ ਕੁਛ ਸਟੈਂਡਰਡਸ ਆਰ ਵੈਰੀ ਹਾਈ। ਯੈਸ। ਉਹ ਪਰ ਫਿਰ ਵੀ ਜਿੰਨਾ ਮਰਜ਼ੀ ਆਪਾਂ ਕਰ ਸਕਦੇ ਹਾਂ, ਜਿਵੇਂ ਆਪਣੀ ਕਾਰ ਦੇ ਬ੍ਰੇਕਡਾਊਨ ਹੋ ਜਾਂਦੀ ਹੈ, ਕਦੇ ਇਸ਼ੂ ਹੋ ਜਾਂਦੀ ਹੈ ਵਿੱਚ, ਤਾਂ ਉਹ ਕੁਛ ਚੀਜ਼ਾਂ ਉਹ ਹੁੰਦੀਆਂ ਨੇ। ਕੁਛ ਚੀਜ਼ਾਂ ਪਿੱਛੇ ਜਿਹੇ ਕੋਵਿਡ ਕਰਕੇ ਤੇ ਵੈਸੇ ਹਰੇਕ ਇੰਡਸਟਰੀ ਨੂੰ ਧੱਕਾ ਲੱਗਿਆ ਸੀ, ਮਰੀਨ ਇੰਡਸਟਰੀ ਨੂੰ ਵੀ ਲੱਗਿਆ ਸੀ ਉਸ ਹਿਸਾਬ ਨਾਲ। ਠੀਕ ਹੈ। ਤੇ ਪੀਪਲ ਦੈਟਸ ਵਾਈ ਇਜ਼ ਇੰਪੋਰਟੈਂਟ, ਬਿਕੋਜ਼ ਜੇ ਸਾਡੇ ਕੋਲ ਕੰਮ ਹੀ ਨਹੀਂ ਹੈ ਤਾਂ ਚੱਲਣੇ ਕਿੱਥੋਂ ਸ਼ਿਪਸ ਉਹਦੇ ਵਾਸਤੇ। ਤੇ ਪਲੱਸ ਟੈਲੈਂਟਡ ਵਰਕਫੋਰਸ ਚਾਹੀਦੀ ਆ ਉਹਦੇ ਵਾਸਤੇ। ਉਹ ਕਰੀਅਰ ਜਿਹੜਾ ਵਾ ਉਹਨੂੰ ਕਈ ਸਾਲ ਲੱਗ ਜਾਂਦੇ ਆ ਤੁਹਾਨੂੰ ਆਫਿਸਰ ਬਣਨ ਨੂੰ, ਕੈਪਟਨ ਬਣਨ ਨੂੰ। ਤੋ ਇਸ ਕਰਕੇ ਜਿਹੜੀ ਇੰਟਰਨਲ ਟ੍ਰੇਨਿੰਗ ਹੋਈ ਤੇ ਜਾਂ ਬਾਹਰੋਂ ਰਿਕਰੂਟ ਕਰਨੇ ਬੰਦੇ ਜਿਹੜੇ ਆਉਣੇ ਆ, ਲੋਕ ਆਉਣੇ ਆ, ਉਹ ਸਾਰਾ ਮਿਕਸਚਰ ਹੋ ਕੇ ਦੈਟ ਵਰਕਫੋਰਸ ਕਮਸ ਇਨ। ਤੇ ਬਹੁਤ ਸਟਰੋਂਗ ਟ੍ਰੇਨਿੰਗ ਪਲੇਟਫਾਰਮ ਨੇ, ਕਾਫੀ ਜ਼ਿਆਦਾ, ਬਿਕੋਜ਼ ਸੇਫਟੀ ਰਿਲੇਟਡ ਲੋਕਾਂ ਦੀ ਜਾਨ ਸਾਡੇ ਹੱਥ ਤਕਰੀਬਨ ਜਦੋਂ ਹੈਗੇ ਆ। ਹਾਂਜੀ। ਤੇ ਹਨਾ ਤੇ ਓਵਰਆਲ ਉਸ ਹਿਸਾਬ ਨਾਲ ਉਸ ਤਿਆਰੀ ਵੀ ਉਸ ਹਿਸਾਬ ਕਰਨੀ, ਟ੍ਰੇਨਿੰਗ ਵੀ ਉਸ ਹਿਸਾਬ ਨਾਲ ਹੁੰਦੀ ਹੈ। ਵੈਰੀ ਰਿਗਰਸ ਟ੍ਰੇਨਿੰਗ ਵੀ ਪੀਪਲ ਹੈਵ ਟੂ ਗੋ ਥਰੂ। ਅੱਛਾ ਜੀ, ਤੇ ਤੁਸੀਂ ਹੁਣੇ ਗੱਲ ਕਰ ਰਹੇ ਸੀ ਕੈਪਟਨ ਗਰੇਵਾਲ ਕਿ ਕੈਪਟਨਸ਼ਿਪ ਆਸਾਨੀ ਦੇ ਨਾਲ ਨਹੀਂ ਆਉਂਦੀ, ਕਰੀਅਰ ਟ੍ਰੈਜੈਕਟਰੀ ਕਾਫੀ ਲੰਬੀ ਹੋ ਜਾਂਦੀ ਹੈ ਉੱਥੇ ਤੱਕ ਪਹੁੰਚਦੇ। ਥੋੜ੍ਹਾ ਜਿਹਾ ਆਪਣੇ ਬਾਰੇ ਵੀ ਦੱਸੋ। ਤੁਸੀਂ ਪਹਿਲਾਂ ਡੂੰਘੇ ਸਮੁੰਦਰ ਵਿੱਚ ਜ਼ਿਆਦਾ ਹੁੰਦੇ ਸੀ, ਡੀਪ ਸੀ ਤੁਹਾਡੀਆਂ ਐਡਵੈਂਚਰਸ ਰਹੀਆਂ ਨੇ। ਬਾਅਦ ਦੇ ਵਿੱਚ ਤੁਸੀਂ ਹੁਣ ਕੋਸਟਲ ਪ੍ਰੋਜੈਕਟਸ ਵੱਲ ਆਏ ਹੋ ਤੇ BC ਫੈਰੀਜ਼ ਦੇ ਵਿੱਚ ਤੁਸੀਂ ਜੁਆਇਨ ਕੀਤਾ। what's the big difference? ਹੁਣ ਜਿਹੜੇ ਲੋਕ ਨਹੀਂ ਮਰੀਨ ਸਰਵਿਸਿਜ਼ ਦੇ ਨਾਲ ਬਿਲਕੁਲ ਵੀ ਵਾਸਤਾ ਰੱਖਦੇ, ਉਹਨਾਂ ਨੂੰ ਸਿਰਫ BC ਫੈਰੀਜ਼ ਦਾ ਜਹਾਜ਼ ਹੀ ਨਜ਼ਰ ਆਉਂਦਾ, they don't know the behind the scenes। ਥੋੜ੍ਹੇ ਆਪਣੇ ਕਰੀਅਰ ਬਾਰੇ ਵੀ ਦੱਸੋ ਕਿ ਤੁਸੀਂ ਪਹਿਲਾਂ ਡੀਪ ਸੀ ਕਰਦੇ ਸੀ, ਹੁਣ ਕੋਸਟਲ, ਕੀ ਫਰਕ ਆ ਦੋਵਾਂ ਦੇ ਵਿੱਚ? ਸਭ ਤੋਂ ਵੱਡਾ ਡਿਫਰੈਂਸ ਹੈ ਜੀ, ਮੈਂ ਮੇਰੇ ਕਰੀਅਰ 'ਚ I was 19 years old when I went to sea। ਅੱਛਾ ਜੀ। back from India। Okay। ਤੇ I worked my way through the positions and ਮੈਂ finally ਜਦੋਂ ਮੈਂ ਮਾਈਗ੍ਰੇਟ ਕੀਤਾ ਸੀ ਕੈਨੇਡਾ ਤਾਂ ਮੈਂ ਕੈਪਟਨ ਬਣ ਗਿਆ ਸੀ ਟੈਂਕਰਸ ਤੇ। ਅੱਛਾ ਜੀ। mostly oil tankers I worked on। Okay। I had never worked on a passenger ship। Oh। so ਸਭ ਤੋਂ ਵੱਡਾ ਬੇਸਿਕ ਡਿਫਰੈਂਸ ਤਾਂ ਇਹ ਸੀ ਵੀ ਉਹ ਜਿਹੜਾ ਕਾਰਗੋ ਸੀ ਮੇਰੇ ਨਾਲ ਉਹਦਾ ਕੋਈ ਇਮੋਸ਼ਨਲ ਕੰਟੈਕਟ ਨਹੀਂ ਸੀਗਾ। No, B2B ਸੀ, business to business, right? It was pretty much। Yeah। ਇੱਥੇ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਆ, ਇਹ ਇੱਕ ਜਹਾਜ਼ ਦੀ ਕਮਾਂਡ ਨਹੀਂ ਹੈ, ਇਹ ਤੁਹਾਡੀ ਸਿਸਟਮ ਦੀ ਕਮਾਂਡ ਆ। ਬਿਕੋਜ਼ ਸਾਰਾ ਕੁਝ ਤੁਹਾਡਾ ਇੱਕ ਤਾਂ ਜਿਹੜੀ ਤੁਹਾਡੀ ਤੁਸੀਂ ਕਮਿਊਨਿਟੀ ਜਿਹੜੀ 'ਚ ਰਹਿੰਦੇ ਹੋ, ਜਿਹ 'ਚ ਵਿਚਰਦੇ ਹੋ, ਉਸੇ ਕਮਿਊਨਿਟੀ ਤੁਸੀਂ ਸਰਵ ਕਰ ਰਹੇ ਹੋ। ਅਤੇ ਛੋਟੀਆਂ ਆਈਲੈਂਡ 'ਤੇ ਜਦੋਂ ਕੰਮ ਕਰਦੇ ਹਾਂ ਆਪਾਂ, ਜਿਹੜੇ ਤੁਸੀਂ ਲੋਕਾਂ ਨਾਲ ਬਾਹਰ ਮਿਲਦੇ ਹੋ, ਕਿਸੇ ਗਰੋਸਰੀ ਸਟੋਰ 'ਚ ਮਿਲਦੇ ਹੋ ਜਾਂ ਕਿਤੇ ਰੈਸਟੋਰੈਂਟ 'ਚ ਮਿਲਦੇ ਹੋ, ਉਹੀ ਲੋਕ ਤੁਹਾਡੇ ਕਸਟਮਰ ਨੇ ਟਰੈਵਲ ਕਰਦੇ ਤੁਹਾਡੇ ਨਾਲ। ਇੱਕ ਬਹੁਤ ਵੱਡਾ ਡਿਫਰੈਂਸ ਆ। ਅਤੇ ਦੂਜਾ ਡਿਫਰੈਂਸ ਇਹ ਆ ਵੀ ਸਿਸਟਮ ਜਿਹੜਾ ਵਾ ਉਹ, ਬਿਕੋਜ਼ ਸਾਰਾ ਕੁਛ BC ਫੈਰੀ ਦਾ ਆਪਣਾ ਵਾ, ਟਰਮੀਨਲ ਵੀ ਆਪਣੇ ਆ, ਹੋਰ ਡਿਪਾਰਟਮੈਂਟ ਵੀ ਹੈ, ਕਸਟਮਰ ਸਰਵਿਸ ਵੀ ਆਪਣੀ ਆ। So it is a big network of small teams which are working together। So it's not a single vessel command। ਇੱਕ ਜਹਾਜ਼ ਦਾ, ਚਲੋ ਉੱਥੇ ਤਾਂ ਇੱਕ ਜਹਾਜ਼ ਹੁੰਦਾ, ਕਮਾਂਡ ਤੁਹਾਡੀ ਹੈਗੀ ਆ। ਇੱਥੇ ਤੁਹਾਨੂੰ ਇੱਕ ਸਿਸਟਮ 'ਚ ਬਹੁਤ ਕੰਪਲੀਕੇਟਡ ਸਿਸਟਮ 'ਚ ਕੰਮ ਕਰਨਾ। ਸੋ ਫਿਰ ਤੁਹਾਡੇ ਅੰਡਰ ਮਤਲਬ ਸਾਰਾ ਹੀ ਸਿਸਟਮ ਆਉਂਦਾ, ਔਰ ਤੁਹਾਡੇ ਅੰਡਰ ਕੀ ਆਉਂਦਾ? ਜਿਹੜੇ ਫੋਰ ਐਗਜ਼ਾਮਪਲ ਵਿਕਟੋਰੀਆ ਤੱਕ ਜਹਾਜ਼ ਜਾਂਦੇ ਆ, ਤੁਸੀਂ ਉਹਨਾਂ ਦਾ ਵੀ ਦੇਖਦੇ ਹੋ, ਤੁਹਾਡੇ ਫਲੀਟ ਆਪਰੇਸ਼ਨਸ ਕਿਹੜੇ ਬਾਉਂਡਰੀਜ਼ ਦੇ ਵਿੱਚ ਨੇ? ਮੇਰਾ ਜਿਹੜਾ ਡਿਪਾਰਟਮੈਂਟ ਆ ਉਹ primarily navigation। Okay। ਜਿਹੜੇ ਐਕਚੁਅਲ ਆਫਿਸਰਸ ਨੇ, ਕੈਪਟਨ ਆ, ਡੈਕ ਕਰੂ ਆ, ਜਿਹੜੇ ਸ਼ਿਪ ਨੂੰ ਚਲਾਉਂਦੇ ਆ, that is my department। That is your department। Okay। Then we have several other engineering of the department, special department ਹੈਗਾ, customer service ਦਾ ਆਪਣਾ department ਹੈਗਾ, terminal operations ਦਾ ਆਪਣਾ department ਹੈਗਾ। But we all are very synchronized for every single time something happens we come together to work together।
I want to ask you a very burning question ਉਹ ਇਹ ਕਿ ਜਦੋਂ ਕੋਈ ਵੀ ਜਹਾਜ਼ ਉੱਪਰ ਜਾਂਦਾ ਹੈ ਨਾ ਸਾਰਿਆਂ ਨੂੰ ਆਪਣੀ ਸੇਫਟੀ ਦੀ ਪਰਵਾਹ ਤਾਂ ਹੁੰਦੀ ਹੋਈ ਆ ਅਸੀਂ ਕਈ ਵਾਰੀ ਸਟੋਰੀਜ਼ ਵੀ ਸੁਣਦੇ ਆ ਵੀ ਟਕਰਾਅ ਹੋ ਗਿਆ ਜਹਾਜ਼ ਦਾ ਕਿਸੇ ਚੀਜ਼ ਦੇ ਨਾਲ ਜਾਂ ਕਿਸੇ ਪੈਸੇਂਜਰ ਦੀ ਸੇਫਟੀ ਨੂੰ ਸੁਰੱਖਿਆ ਨੂੰ ਕੋਈ ਮੁਸ਼ਕਿਲ ਆ ਗਈ I want to ask you ਵੀ ਇਹ ਜਿਹੜੇ ਸਾਰੇ ਪ੍ਰੈਸ਼ਰ ਨੇ ਤੁਸੀਂ ਕਿਵੇਂ ਮੇਨਟੇਨ ਕਰਦੇ ਹੋ ਕਿ ਤੁਸੀਂ ਲੀਡਰਸ਼ਿਪ ਦੇ ਤੌਰ ਉੱਤੇ ਕੌਮ ਵੀ ਰਹਿਣਾ ਤੁਸੀਂ ਬਹੁਤਾ ਨਹੀਂ ਵਿਚਲਿਤ ਹੋ ਸਕਦੇ ਪਰ ਉਸ ਦੇ ਨਾਲ ਤੁਸੀਂ ਉਹ ਜਿਹੜੀ PR ਆ ਉਹਨੂੰ ਵੀ ਮੇਨਟੇਨ ਕਰਨਾ ਆ ਤਾਂ ਕਿ ਜਿਹੜੇ ਬਾਕੀ ਲੋਕ ਨੇ ਉਹ ਘਬਰਾਉਣ ਨਾ ਸੋ ਇਨ ਅ ਹਾਈ ਇੰਟੈਂਸਿਟੀ ਸਿਚੁਏਸ਼ਨਸ ਦੇ ਵਿੱਚ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਐਂਡ ਆਈ ਵੁੱਡ ਆਲਸੋ ਲਵ ਟੂ ਹੀਅਰ ਸਮ ਐਗਜ਼ਾਮਪਲਸ ਆਫ what these situations are. Because safety can never be compromised. Safety first has been on our radar and always will be, because that is the ultimate thing. Yes. Pressures, a lot of times this pressure is self-inflicted. ਅੱਛਾ ਆਪਣੇ ਜੋ ਹੀ ਆਉਂਦਾ ਆਪਣੇ ਜੋ ਹੀ ਆ ਜਾਂਦਾ ਆਪਾਂ ਨੂੰ ਸੋਚਣ ਲੱਗ ਜਾਂਦੇ ਮੇਰੇ ਤੇ ਪ੍ਰੈਸ਼ਰ ਆ So that is where my role comes is like I have to draw that line. This is no commercial pressure this time. We understand we are here to serve the public, but we are also here to make sure the public is safe. ਹਾਂਜੀ ਹਾਂਜੀ So ਇੱਕ ਬਹੁਤ ਵੱਡੀ ਚੀਜ਼ ਹੈ ਤਾਂ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੁਣ ਵੀ ਜਿਹੜੀ ਸਾਡੀ ਪਲੈਨਿੰਗ ਆ that's most important thing. Planning, preparation, ਤਿਆਰੀ ਰੱਖਣੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਪੁੱਛੀ ਤੁਸੀਂ ਮੈਂ ਐਗਜ਼ਾਮਪਲ ਦਿੰਦਾ ਵੈਦਰ ਕੈਂਸਲੇਸ਼ਨ ਹੁੰਦੀਆਂ ਨੇ ਸਭ ਤੋਂ ਵੱਡੀ ਜਿਹੜੀ ਚੀਜ਼ ਆ ਹੋ ਜਾਂਦੀ ਹੈ then something which nobody has control on. Nobody has control. ਪਰ ਸਾਰਿਆਂ ਨੂੰ ਹੁੰਦਾ ਬਹੁਤ ਆ ਕਿ ਉਹਨੂੰ ਫੈਰੀ ਜਾਣਾ ਸੀ ਕੈਂਸਲ ਹੋ ਗਏ ਹੁਣ ਪਲਾਨਸ ਨੂੰ ਮੂਵ ਕਰਨਾ ਪੈਣਾ ਹਾਂਜੀ ਸੋ ਉਹਦੇ 'ਚ ਇਹ ਮਤਲਬ ਜੇ ਹੁਣ ਦੇਖਿਆ ਜਾਵੇ ਟੀਮ ਵਰਕ ਦੀ ਗੱਲ ਕਰਦਾ ਸੀ ਅਸੀਂ ਪਹਿਲਾਂ ਵੈਦਰ ਮੋਨੀਟਰ ਕਰਦੇ ਹਾਂ ਕੰਟੀਨਿਊਸ ਬੇਸਿਸ 'ਤੇ ਫਿਰ ਜੋ ਲੱਗਦਾ ਵਾ ਵੀ ਹੁਣ ਇਹ ਲਿਮਿਟੇਸ਼ਨ ਸਾਡੀਆਂ ਜਿਹੜੀਆਂ ਲਿਮਿਟ ਤੋਂ ਬਾਅਦ ਜ਼ਿਆਦਾ ਹੋ ਜਾਣੀਆਂ ਹਵਾ ਅਤੇ ਜਾਂ ਵੇਵ ਹਾਈਟ ਜ਼ਿਆਦਾ ਹੋ ਜਾਣੀਆਂ ਅਸੀਂ ਟਰਾਈ ਇਹ ਕਰਦੇ ਹੁੰਦੇ ਹਾਂ ਬਈ ਕਿਵੇਂ ਅਸੀਂ ਘੱਟ ਤੋਂ ਘੱਟ ਇਨਕਨਵੀਨੀਅੰਸ ਕਰੀਏ ਆਪਦੇ ਕਸਟਮਰ ਨੂੰ ਘੱਟ ਤੋਂ ਘੱਟ ਕੈਂਸਲੇਸ਼ਨ ਘੱਟ ਤੋਂ ਘੱਟ ਹੋਣ ਜਾਂ ਫਿਰ ਐਡਵਾਂਸ ਨੋਟਿਸ ਉਹਨਾਂ ਦਿੱਤਾ ਜਾ ਸਕੇ ਬਈ ਬਈ ਹੋਣੀ ਆ ਬਈ so you be prepared so this might happen. ਹਾਂਜੀ So I'll give you an example of last cancellation, December 22nd. ਠੀਕ ਆ Few weeks not too ago. long ago. It was a significant storm. It was building. We knew it was building. We had to do some cancellations. So overall, 75 sailings were cancelled that day. 75. Oh my gosh. And 5,800 people's reservations were affected. So ਚਲੋ ਉਹ ਤਾਂ ਜਿਹੜਾ ਮੌਸਮ ਨੇ ਕਰਤਾ ਸਾਨੂੰ ਇਨਫਲਿਕਟ ਹੋਇਆ ਉਹ ਤਾਂ ਸਾਨੂੰ ਕੈਂਸਲੇਸ਼ਨਸ ਕਰਨੀਆਂ ਪਈਆਂ ਹਾਂਜੀ ਪਰ ਇੰਨੀਆਂ ਟੀਮਸ ਟੁਗੈਦਰ ਹੁੰਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਕੈਂਸਲੇਸ਼ਨ ਹੋਈਆਂ ਲੋਕਾਂ ਦੇ ਰਿਫੰਡ ਵੀ ਦੇਣੇ ਆ ਪੈਸੇ ਕਸਟਮਰ ਸਰਵਿਸ ਟੀਮ ਆ ਉਹ ਬੈਠੀ ਆ ਉੱਥੇ ਲੋਕ ਫੋਨ ਕਰਦੇ ਆ ਉਹਨਾਂ ਦੇ ਆਨਸਰ ਵੀ ਕਰਨੇ ਆ ਹਾਂਜੀ ਪਲੱਸ ਉਹਨਾਂ ਨੂੰ ਅਕੋਮੋਡੇਟ ਵੀ ਕਰਨਾ ਅੱਗੇ ਹੁਣ ਵੀ ਚਲੋ ਜਿਨ੍ਹਾਂ ਨੇ ਜਾਣਾ ਅੱਜ ਨਹੀਂ ਚੱਲ ਸਕਦੇ ਕੱਲ੍ਹ ਸਵੇਰੇ ਵੀ ਕੱਲ੍ਹ ਨੂੰ ਵੀ ਬਿਜ਼ੀ ਹੋਣਾ ਬਿਕੋਜ਼ ਜੇ ਅੱਜ ਦੀਆਂ ਕੈਂਸਲ ਹੋ ਗਈਆਂ ਉਹਨਾਂ ਨੇ ਲੋਕਾਂ ਨੇ ਕੱਲ੍ਹ ਨੂੰ ਜਾਣਾ ਉਹ ਵੀ ਉਹਨਾਂ ਨੇ ਵੀ ਜਾਣਾ ਸੋ ਇਹ ਬੇਸਿਕਲੀ ਉਹ ਜਿਹੜਾ ਉਹਦਾ ਇਫੈਕਟ ਹੈ ਉਹ ਡੋਮੀਨੋ ਇਫੈਕਟ ਉਹ 2-3 ਦਿਨ ਤੱਕ ਰਹਿੰਦਾ ਹੀ ਰਹਿੰਦਾ ਹਾਂਜੀ ਉਹ ਤੁਹਾਨੂੰ ਉਸ ਤਰੀਕੇ ਨਾਲ ਉਹਨੂੰ ਟੋਲਰੇਟ ਵੀ ਕਰਨਾ ਪੈਂਦਾ ਬਟ ਸਿਸਟਮ 'ਚ ਉਨੀ ਪਾਵਰ ਹੈਗੀ ਆ ਬਟ ਵੀ ਕੈਨ ਪੀਪਲ ਵਾਂਟ ਟੂ ਡੂ ਇਟ there is I think the workforce part if I would say that people are so committed they know what it is as I said community 'ਚ ਰਹਿੰਦੇ ਆ ਉਹਨਾਂ ਲੋਕਾਂ ਨਾਲ ਵਿਚਰਦੇ ਆ ਤਕਲੀਫ ਆਪ ਨੂੰ ਵੀ ਹੁੰਦੀ ਹੈ ਜਦੋਂ ਆਪ ਨੂੰ ਪਤਾ ਨਾ ਸਾਡੇ ਨਾਲ ਵੀ ਹੋਇਆ ਅਸੀਂ ਵੀ ਸਮਟਾਈਮਸ ਵੀ ਆਰ ਔਨ ਦ ਸੇਮ ਲਾਈਨ ਅਪ and then there's a cancellation but I think ਤੁਸੀਂ ਜਿਹੜੀ ਚੀਜ਼ ਸਮਝਦੇ ਹੋ ਮੇਬੀ ਸਾਡੇ ਤੋਂ ਬੈਟਰ ਇਹ ਸਮਝਦੇ ਹੋ ਕਿ ਜੇ BC Ferries ਵੱਲੋਂ ਕੋਈ ਕੈਂਸਲੇਸ਼ਨ ਆਈ ਆ ਤਾਂ ਉਹ ਤੁਹਾਡੀ ਆਪਣੀ ਸੇਫਟੀ ਦੇ ਲਈ ਆਈ ਆ ਐਬਸੋਲੂਟਲੀ ਇਟਸ ਨਾਟ ਕਿ ਤੁਹਾਨੂੰ ਕੋਈ ਤੰਗ ਕਰਨਾ ਚਾਹੁੰਦਾ ਜਾਂ ਉਹਨਾਂ ਦੀ ਆਪਣੀ ਪਿੱਛੇ ਕੋਈ ਸ਼ਾਰਟੇਜ ਹੋ ਗਈ ਖਜ਼ ਜਹਾਜ਼ਾਂ ਦਾ ਸੁਣੀਦਾ ਨਾ ਇੱਦਾਂ 에ਅਰਪਲੇਨ ਇੰਡਸਟਰੀ ਦੇ ਵਿੱਚ ਪਰ ਇੱਥੇ ਤੁਹਾਡੀ ਸੇਫਟੀ ਨੂੰ ਮੱਦੇ ਨਜ਼ਰ ਰੱਖਦਿਆਂ ਹੀ ਕੈਂਸਲੇਸ਼ਨ ਹੁੰਦੀ ਹੈ ਜੀ ਬਿਲਕੁਲ ਤੇ ਇੱਕ ਅਸੀਂ ਹੋਰ ਜਿਹੜੀ ਚੀਜ਼ ਅਸੀਂ ਕਰਦੇ ਹਾਂ ਟਰਾਈ ਕਰਦੇ ਹਾਂ ਹਮੇਸ਼ਾ to remain transparent, right? Yeah. Tell the customers what's happening, what's going on.
ਐਂਡ ਇਸੇ ਕਰਕੇ ਜਦ ਬਹੁਤ ਸਾਡਾ ਵੀ ਜ਼ੋਰ ਹੁੰਦਾ ਵੀ ਜਦੋਂ ਜੇ ਡਿਲੇ ਵੀ ਹੋ ਰਹੀਆਂ ਨੇ ਜਾਂ ਕੁਛ ਹੋਰ ਹੋ ਰਿਹਾ ਵਾ ਕੈਪਟਨ ਨੇ ਆਫਿਸਰ ਨੇ ਅਨਾਉਂਸ ਕਰਨ ਲੋਕਾਂ ਨੂੰ ਦੱਸੋ ਵੀ ਕੀ ਹੋਇਆ ਵਾ ਸੋ ਦੈਟ ਦੇ ਆਰ ਅਵੇਅਰ ਵਾਟ ਇਜ਼ ਗੋਇੰਗ ਔਨ। ਚਲੋ ਇਹ ਤਾਂ ਹੋ ਗਈ ਨਾ ਕਸਟਮਰ ਸਰਵਿਸ ਦੀ ਗੱਲ ਕੈਪਟਨ ਗਰੇਵਾਲ, ਪਰ ਤੁਹਾਡੀ ਹਿਸਟਰੀ ਬਹੁਤ ਹੀ ਜ਼ਿਆਦਾ ਕਲਰਫੁਲ ਆ। ਤੁਸੀਂ ਬਹੁਤ ਸਾਰੇ ਡਿਫਰੈਂਟ ਰੂਟਸ ਦੇ ਨੂੰ ਐਕਸਪੀਰੀਅੰਸ ਕੀਤਾ ਅਤੇ ਕਈ ਤਾਂ ਆਈ ਐਮ ਸ਼ੋਰ ਇਹਨਾਂ ਵਿੱਚ ਰੂਟਸ ਬੜੇ ਹੀ ਸੀਨਿਕ ਹੋਣੇ ਆ। ਕਈ ਸਾਡੇ ਸੁਣਨ ਵਾਲੇ ਨੇ ਜਿਹੜੇ ਡਰਦੇ ਹੋਣਗੇ ਸ਼ਾਇਦ ਓਪਨ ਸੀ ਤੋਂ, ਜਿਹੜਾ ਸਮੁੰਦਰ ਆ ਪਤਾ ਨਹੀਂ ਕਿਹੋ ਜਿਹੇ ਰਾਜ਼ ਆਪਣੇ ਵਿੱਚ ਲੈ ਕੇ ਰੱਖਦਾ, ਪਰ ਜਿਵੇਂ ਬੜੇ ਸੋਹਣੇ ਸੋਹਣੇ ਜਿਹੜੇ ਰੂਟਸ ਨੇ, ਫੋਰ ਐਗਜ਼ਾਮਪਲ ਹਾਈਡਾ ਗਵਾਈ ਰਾਈਟ, ਕੋਈ ਅਜਿਹਾ ਮੂਮੈਂਟ ਹੈਗਾ ਜਾਂ ਕੋਈ ਅਜਿਹੀ ਕਹਾਣੀ ਜਿਹੜੀ ਹਲੇ ਵੀ ਤੁਹਾਡੇ ਨਾਲ ਆ ਜਿਹੜੀ ਤੁਸੀਂ ਐਕਸਪੀਰੀਅੰਸ ਕੀਤੀ ਹੋਵੇ ਇਨ ਦਾ ਓਪਨ ਸੀ? ਤੇ ਰੂਟ ਸਾਡੇ ਜਿਹੜੇ ਨਾਰਥ ਵਾਲੇ ਰੂਟ ਸਪੈਸ਼ਲੀ ਤੁਸੀਂ ਗੱਲ ਕੀਤੀ ਹੈ, ਇਨਸਾਈਡ ਪੈਸੇਜ ਹੋਇਆ ਜਾਂ ਹਾਈਡਾ ਗਵਾਈ ਵਾਲਾ ਰੂਟ ਹੋਇਆ ਜਾਂ ਬੈਲਾਕੂਲਾ ਆ ਜਾਂਦੀ ਹੈ ਜਿਹੜੀ ਸਾਡੀ ਸਮਰ 'ਚ I mean that place is beautiful all the year round. Gorgeous, you can't deny it. We live in a beautiful part of the world. Right? ਆਪਾਂ ਨੂੰ ਸ਼ੁਕਰ ਕਰਨਾ ਚਾਹੀਦਾ ਵਾਹਿਗੁਰੂ ਦਾ ਵੀ ਆਪਾਂ ਇੱਥੇ ਇਹ ਜਗ੍ਹਾ ਰਹਿੰਦੇ ਹਾਂ। ਸਨੋ ਸਟੋਰਮ ਨਹੀਂ ਆਉਂਦੇ ਇੱਥੇ। ਤੇ ਨਾਰਥ 'ਚ ਸਮਰ 'ਚ ਡੈਫੀਨੇਟਲੀ ਇਟ ਇਜ਼ ਮਾਰਵਲਸ, ਇਟਸ ਬਿਊਟੀਫੁਲ ਰੂਟ। ਰਾਤ ਦਿਨੇ ਟਰੈਵਲ ਕਰਦਾ ਪੋਠਾੜੀ ਵਾਲੀ ਫੈਰੀ, ਪੋਠਾੜੀ ਤੋਂ ਜਿਹੜੀ ਪ੍ਰਿੰਸ ਰੂਪਨ ਜਾਂਦੀ ਹੈ ਸਵੇਰੇ 7:30 ਵਜੇ ਚੱਲਦੀ ਹੈ, ਰਾਤ ਨੂੰ 11:30 ਵਜੇ ਪਹੁੰਚਦੀ ਹੈ। ਉਹਨਾਂ ਟਾਈਮਾਂ 'ਚ ਉਹਨਾਂ ਮਹੀਨਿਆਂ 'ਚ ਦਿਨ ਵੀ ਰਹਿੰਦਾ ਤਕਰੀਬਨ 6 ਵਜੇ ਚਾਨਣ ਹੋ ਜਾਂਦਾ ਤੇ ਰਾਤ ਨੂੰ 11 ਵਜੇ ਤੱਕ ਇਟ ਇਜ਼ ਸਟਿਲ ਲਾਈਟ। ਸੋ ਇਟਸ ਵੈਰੀ ਬਿਊਟੀਫੁਲ ਪੈਸੇਜ, very very beautiful. I think everybody will have a story to tell about that when they go there. ਮੈਂ ਥੋੜੇ ਸਾਲ ਪਹਿਲਾਂ ਜਿਹੜੀ ਛੋਟੀ ਫੈਰੀ ਹੁੰਦੀ ਸੀ ਨਿਮਕਿਸ਼ ਉਹਦਾ ਨਾਮ ਸੀਗਾ, ਉਹ ਚੱਲਦੀ ਹੁੰਦੀ ਸੀ ਬੈਲਾਕੂਲਾ ਜਾਂਦੀ ਹੁੰਦੀ ਸੀ। ਅੱਛਾ। ਤੇ ਮੈਂ ਉਸ ਫੈਰੀ ਤੇ ਬਿਕੋਜ਼ ਮੈਂ ਸੁਪਰਡੈਂਟ ਸੀ ਉਸ ਏਰੀਆ ਦਾ ਉਸ ਟਾਈਮ ਤੇ ਮੈਂ ਟਰੈਵਲ ਵੀ ਕਰਦਾ ਸੀ ਉੱਤੇ ਤੇ ਵੈਸੇ ਵੀ ਗਿਆ ਸੀ ਤੇ ਆਈ ਵਾਜ਼ ਐਕਚੁਅਲੀ ਵਰਕਿੰਗ ਸਟਿਲ। ਤੇ ਮੈਨੂੰ ਬੜੀ ਹੈਰਾਨੀ ਹੋਈ, ਡੋਲਫਿਨਸ ਜਾ ਰਹੀਆਂ ਸੀ ਪਰ they were actually swimming alongside the ship. Beautiful. For miles and miles. ਤੇ ਲੋਕ ਬੈਠਾ ਨਹੀਂ ਸੀ ਕੋਈ, ਸਾਰੇ ਸ਼ਿਪ ਦੇ ਸਾਈਡ ਤੇ ਖੜੇ ਸੀ, ਫੋਟੋ ਲੈ ਰਹੇ ਸੀ, ਵੀਡੀਓ ਬਣਾ ਰਹੇ ਸੀ ਐਂਡ ਇਟ ਵਾਜ਼ ਅ ਵੈਰੀ ਹੈਪੀ ਮਾਹੌਲ ਜਿਹੜਾ ਮੈਜੀਕਲ ਸੀ। ਹਾਂਜੀ। Yeah, that's really nice because usually ਲੋਕੀ ਪੈਸੇ ਦੇ ਕੇ ਜਾਂਦੇ ਆ ਡੋਲਫਿਨਸ ਨੂੰ ਦੇਖਣ, ਜੋ ਮੇਬੀ ਸ਼ਾਇਦ ਨਹੀਂ ਜਾਣਾ ਚਾਹੀਦਾ, ਇੰਨਾ ਐਥੀਕਲ ਨਹੀਂ, ਪਰ ਜਿੱਥੇ ਸੀ ਐਨੀਮਲਸ ਬਿਲੋਂਗ ਕਰਦੇ ਨੇ ਖੁੱਲ੍ਹੇ ਪਾਣੀਆਂ ਦੇ ਵਿੱਚ। ਆਈ ਨੋ ਕਿ ਬਹੁਤ ਅਜਿਹੀਆਂ ਵੀਡੀਓਜ਼ ਖਾਸ ਕਰਕੇ ਸਮਰ ਦੇ ਵਿੱਚ ਵਾਇਰਲ ਹੁੰਦੀਆਂ ਨੇ, ਓਰਕਾਜ਼ ਬਹੁਤ ਸਪੌਟ ਹੁੰਦੀਆਂ ਨੇ। ਸੋ ਆਈ ਲਵ ਦੈਟ ਪਾਰਟ ਆਫ ਯੂਰ ਜੌਬ, ਆਈ ਐਮ ਸੋ ਜੈਲਸ ਆਫ ਇਟ। ਐਂਡ ਤੁਹਾਡੇ ਐਕਸਪੀਰੀਅੰਸਿਸ ਦੀ ਜਿੱਥੇ ਗੱਲ ਆਉਂਦੀ ਹੈ, ਮੈਂ ਤੁਹਾਨੂੰ ਅਗਲਾ ਸਵਾਲ ਇਹ ਪੁੱਛਣਾ ਚਾਹੂੰਗੀ ਕਿ ਤੁਸੀਂ ਜਿਵੇਂ ਦੱਸਿਆ ਤੁਸੀਂ 19 ਸਾਲ ਦੇ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਇੰਡੀਆ ਦੇ ਵਿੱਚ, ਅਤੇ ਫਿਰ ਤੁਸੀਂ ਕੈਨੇਡਾ ਦੇ ਵਿੱਚ ਆ ਕੇ BC ਫੈਰੀਜ਼ ਨੂੰ ਜੁਆਇਨ ਕਰਦੇ ਹੋ, ਕੈਪਟਨਸ਼ਿਪ ਨਿਭਾ ਰਹੇ ਹੋ। ਜਿਹੜਾ ਇਹ ਪੂਰਾ ਸਫ਼ਰ ਆ, ਸੁਣਨ ਨੂੰ ਤਾਂ ਆਪਾਂ ਹੁਣ 10-15 ਮਿੰਟ ਦੇ ਵਿੱਚ ਗੱਲ ਕਰ ਲਈ ਆ, ਬਟ ਆਈ ਵਾਂਟ ਟੂ ਨੋ ਕਿ ਕਿਹੜੇ ਚੈਲੰਜਸ ਤੁਹਾਨੂੰ ਆਏ, ਖਾਸ ਕਰ ਐਜ਼ ਅ ਨਿਊ ਕਮਰ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਏ। ਮਰੀਨ ਆਪਰੇਸ਼ਨਸ ਬਾਰੇ ਸਾਰੇ ਸੋਚਦੇ ਨਹੀਂ, ਸਾਰਿਆਂ ਨੂੰ ਪਤਾ ਨਹੀਂ ਇਸ ਖੇਤਰ ਦੇ ਬਾਰੇ ਬਹੁਤਾ। ਕਿਹੜੇ ਤੁਹਾਨੂੰ ਚੈਲੰਜਸ ਦੇਖਣ ਨੂੰ ਮਿਲੇ? ਜਿਹੜੇ ਕੁਛ ਚੈਲੰਜ ਤਾਂ ਕਾਮਨ ਨੇ ਹਰੇਕ ਇਮੀਗ੍ਰੈਂਟ ਵਾਸਤੇ, ਜਿਹੜੇ ਜਦੋਂ ਇੱਥੇ ਆਉਂਦੇ ਹਾਂ ਆਪਾਂ। ਸਭ ਤੋਂ ਵੱਡਾ ਜਿਹੜਾ ਚੈਲੰਜ ਆਈ ਥਿੰਕ ਐਵਰੀਬਡੀ ਫੇਸਿਸ ਐਂਡ ਆਈ ਵਾਜ਼ ਨੋ ਐਕਸੈਪਸ਼ਨ ਇਜ਼ ਅ ਕਲਚਰ ਚੇਂਜ। Not only the culture as in culture with people, also the work culture. You need to get the local credential ਲੈਣੇ ਪੈਂਦੇ ਆ, ਇੱਥੇ ਟਰਾਂਸਪੋਰਟ ਕੈਨੇਡਾ ਦਾ ਐਗਜ਼ਾਮ ਕਰਨਾ ਪੈਂਦਾ। ਸੋ ਵੀ ਤੁਹਾਨੂੰ ਦੁਬਾਰਾ ਕਰਨਾ ਪਿਆ? ਹਾਂਜੀ, ਇੱਥੇ ਕਰਨਾ ਪੈਂਦਾ। It's not complete, but you still have to do some parts of it to get a Canadian ticket before you can actually work in this industry here. ਪਹਿਲਾਂ ਤਾਂ ਉਹ ਇੱਕ ਪਹਿਲੀ ਹਰਡਲ ਹੁੰਦੀ ਹੈ ਜਿਹੜੀ ਤੁਸੀਂ ਕ੍ਰਾਸ ਕਰਦੇ ਹੋ, learning the system, how it works. So as I said, a big difference ਹੈਗਾ ਡੀਪ ਸੀ ਦਾ ਤੇ BC ਫੈਰੀ ਦਾ। ਬਈ this is a different system altogether. So you're learning the system itself. Biggest thing which I find is earning trust, right? Because it's not just that you come as an officer, ਤੁਸੀਂ ਆਉਂਦੇ ਹੋ ਵਿੱਚ ਵਿਚਰਨ ਲੱਗਦੇ ਹੋ ਲੋਕਾਂ ਨਾਲ, ਤੇ ਤੁਹਾਡੇ ਨਾਲ ਜਿਹੜੇ ਪੈਰਲਲ ਨੇ ਉਹ ਇੱਥੇ 15 ਸਾਲ ਤੋਂ 20 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਆ। ਤੁਸੀਂ ਨਿਊ ਕਮਰ ਹੋ, although you might have more qualifications, bigger tickets, bigger certificate in your pocket, but you have to build your trust that
what you're doing. Yes. Yes. So, the skills has to still be shown. Right? Yeah. So that is one big piece which Totally. takes time. You have to win trust. That is the most important, I always feel. People have to trust you. You have to stay patient. Yeah. Patience is the biggest thing which a lot of people lose it. When you are there trying, struggling, and Hanji. then you finally give up and say, you know what, this is not for me. Yeah. Just have people, when that time comes, ਉਦੋਂ ਬਾਅਦ ਥੋੜਾ ਜਿਹਾ ਹੋਰ ਪੇਸ਼ੈਂਸ ਰੱਖੋ, ਇੱਕ ਵਾਰੀ ਹੋਰ ਟਰਾਈ ਕਰੋ। ਬਸ ਜਦੋਂ ਗਿਵ ਅਪ ਕਰਨ ਦੇ ਕਿਨਾਰੇ ਹੋ, just know that a little bit longer. Yeah, but ਹੁਣ ਤੁਹਾਨੂੰ ਬਸ ਥੋੜੀ ਜਿਹੀ ਜ਼ਰੂਰਤ ਹੋਰ ਆ, ਬਸ you just have to push that boundary a little bit more. Family, of course, ਬੱਚੇ ਨਾਲ ਆਉਂਦੇ ਆ, family ਆਉਂਦੀ ਆ. I think the biggest thing which I say, and I think probably most of the new immigrants will say, ਹਾਂਜੀ. family ਦੀ support ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। 100%. ਹਾਂਜੀ. Right? So ਮੇਰੀ ਵਾਈਫ ਦੀ, ਮੇਰੇ ਬੱਚਿਆਂ ਦੀ support was incredible. All through my career, different positions. ਤੁਸੀਂ move ਕਰਦੇ ਹੋ. I started off in Salt Spring, bought a house in Duncan, lived in Duncan for a few years, then moved to Victoria, and the family has moved along with you. Right? Yeah. So that is it's a big thing. Yeah. It's a big thing. Yeah. The children sacrificing for you their schools and friends and ਉਹ ਜਿਹੜੇ ਚੈਲੰਜ ਨੇ ਉਹ ਦਿਸਦੇ ਨਹੀਂ ਹੈ, ਪਰ ਉਹ ਹੁੰਦੇ ਆ। ਹੁੰਦੇ ਆ, exactly. So, self confidence ਜਿਹੜਾ ਵਾ ਉਹ ਇੱਕ ਮੈਂ ਸਮਝਦਾ ਵਾਂ ਬਹੁਤ ਇੰਪੋਰਟੈਂਟ ਚੀਜ਼ ਰਹੀ ਆ। ਇੱਕ ਹੋਰ ਕਲਚਰ ਚੇਂਜ ਮੈਂ ਹਮੇਸ਼ਾ ਲੋਕਾਂ ਨੂੰ ਦੱਸਣਾ ਚਾਹੁੰਦਾ ਹੁੰਦਾ ਸਾਰਿਆਂ ਨੂੰ। ਹਾਂਜੀ। ਆਪਣੇ ਇੰਡੀਆ 'ਚ ਆਪਾਂ ਜਦੋਂ ਵੱਡੇ ਹੁੰਦੇ ਆ, ਸਪੈਸ਼ਲੀ ਇੰਡੀਅਨ ਬੈਕਗਰਾਊਂਡ 'ਚ, ਆਪਾਂ ਨੂੰ ਬਹੁਤ ਹੰਬਲ ਰਹਿਣਾ ਸਿਖਾਇਆ ਜਾਂਦਾ। ਆਪਾਂ ਨੂੰ ਸਿਖਾਇਆ ਜਾਂਦਾ ਬਈ, ਜਿੱਦਾਂ ਆਪਾਂ ਆਪਣੇ ਹਿੰਦੀ 'ਚ ਵੀ ਕਹਾਵਤ ਆ, ਆਪਣੇ ਮੂੰਹ ਮੀਆਂ ਮਿੱਠੂ ਬਣਨਾ। ਸ਼ੋ ਆਫ ਨਹੀਂ ਕਰਨਾ। ਡੋਂਟ ਸ਼ੋ ਆਫ। ਥੋੜਾ ਕੰਮ ਬੋਲਣਾ ਚਾਹੀਦਾ, ਵਰਡਸ ਨਹੀਂ ਬੋਲਣੇ ਚਾਹੀਦੇ। ਇਹੀ ਸੁਣਦੇ ਆ। ਇੱਥੇ ਡਿਫਰੈਂਟ ਆ ਅੱਛਾ। ਥੋੜਾ ਜਿਹਾ ਮੈਨੂੰ ਲੱਗਿਆ ਕਿ ਇੱਥੇ ਵੀ ਡਿਫਰੈਂਟ ਆ। ਡਿਫਰੈਂਟ ਆਏ ਆ ਵੀ ਇੱਥੇ ਦੱਸਣਾ ਪੈਂਦਾ ਵੀ ਮੈਨੂੰ ਆਉਂਦਾ। You have to sell yourself. You have to sell yourself. Yeah. ਜੇ ਨਹੀਂ ਕਰੋਗੇ, ਬੈਠੇ ਰਹੋਗੇ, ਲੋਕ ਦੇਖਣਗੇ ਮੈਨੂੰ, I doubt anybody is going to come to you and pick you and help you to do something. You have to show a little bit, and when you go to interviews, you have to sell yourself. I am the best of the best here. And then after that, you have to go and actually prove it. So it's a twofold kind of, ਸੋ ਇਦਾਂ ਨਹੀਂ ਕਿ ਤੁਸੀਂ ਬਸ ਖਾਲੀ ਬੋਲੀ ਜਾਓ ਤੇ ਤੁਹਾਨੂੰ ਆਉਂਦਾ ਨਾ ਹੋਵੇ, ਪਰ ਜੇ ਆਉਂਦਾ ਤਾਂ ਉਹਨੂੰ ਲੁਕਾਓ ਨਾ। That is very good advice ਕਿਸੇ ਵੀ ਕਿੱਤੇ ਲਈ, not just marine operations. Yeah. ਇੱਥੇ ਥੋੜਾ ਜ਼ਿਆਦਾ ਮੈਟਰ ਕਰਦਾ ਕਿਉਂਕਿ when you come new, ਤੁਸੀਂ ਟੀਮ ਦੇ ਵਿੱਚ 7-8 ਜਣਿਆਂ 'ਚ ਇਕੱਲੇ ਇੱਕ ਤੁਸੀਂ ਨਵੇਂ ਬੰਦੇ ਹੋ। So everybody else have been working together. So you're trying to get into a team and you're trying to prove yourself. Although you know it, but you still have to do it. You still do, yeah. That's really true. And one other thing I'm sure that you've seen over the years, ਤੁਸੀਂ ਇੰਨੇ ਸਾਲਾਂ ਤੋਂ ਇਸ ਕਿੱਤੇ ਦੇ ਵਿੱਚ, ਹੁਣ ਟੈਕਨੋਲੋਜੀ ਉਹ ਨਹੀਂ ਰਹੀ ਜੋ 20 ਸਾਲ ਪਹਿਲਾਂ ਸੀ ਜਾਂ ਈਵਨ 10 ਸਾਲ ਪਹਿਲਾਂ ਸੀ। ਰੇਟ ਆਫ ਚੇਂਜ ਇੰਨਾ ਫਾਸਟ ਆ, ਹਰ ਰੋਜ਼ ਇੱਕ ਨਵੀਂ ਚੀਜ਼ ਆਈ ਹੁੰਦੀ ਆ। ਸੋ ਉਹ ਜਿਹੜੀਆਂ ਟੈਕਨੋਲੋਜੀਕਲ ਚੇਂਜਸ ਨੇ, ਭਾਵੇਂ ਕਲਾਈਮੇਟ ਚੇਂਜ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਜਿਹੜੀ ਟੈਕਨੋਲੋਜੀ ਦੇ ਨਾਲ ਤੁਸੀਂ ਆਪਣੇ ਸਿਸਟਮਸ ਨੂੰ ਚਲਾਉਂਦੇ ਹੋ ਉਹਦੇ ਨਾਲ ਸੰਬੰਧਿਤ ਹੋਣ, ਉਹ ਕਿਵੇਂ ਚੇਂਜਸ ਆਈਆਂ ਨੇ ਤੇ ਆਉਣ ਵਾਲੇ ਦਹਾਕੇ ਦੇ ਵਿੱਚ, ਆਉਣ ਵਾਲੇ ਡੈਕੇਡਸ ਦੇ ਵਿੱਚ ਕਿਹੜੀਆਂ ਚੇਂਜਸ ਕਸਟਮਰਸ ਜਾਂ ਅਸੀਂ ਸੋਚ ਸਕਦੇ ਹਾਂ ਕਿ ਆਉਣਗੀਆਂ? Technology has been definitely changing, we all see, and then I feel that technology will continue to support us. Right? And that is how I feel about the Mariners. ਕੋਰਸ ਇਨਵਾਇਰਨਮੈਂਟ ਹੁਣ ਆਪਾਂ ਦੇਖੀਏ ਤਾਂ ਜਿਹੜੇ ਨਵੇਂ ਸ਼ਿਪ ਆ ਰਹੇ ਨੇ ਜ਼ਿਆਦਾ ਇਨਵਾਇਰਨਮੈਂਟ ਫਰੈਂਡਲੀ ਨੇ, ਜਿਵੇਂ ਨਵੀਆਂ ਗੱਡੀਆਂ ਇਨਵਾਇਰਨਮੈਂਟ ਫਰੈਂਡਲੀ ਹੈ, ਸਿਮਿਲਰ ਕਾਈਂਡ ਆਫ ਪ੍ਰੋਸੈਸ ਦੇਅਰ ਟੂ, ਇਟਸ ਬਿਕਮਿੰਗ ਅ ਲੋਟ ਮੋਰ ਪੀਪਲ, ਫਿਊਲ ਐਫੀਸ਼ੀਐਂਟ ਨੇ ਹੈਗੇ ਨੇ, ਬੈਟਰੀ ਓਪਰੇਟਡ ਨੇ, ਹਾਈਬ੍ਰਿਡ ਸਿਸਟਮ ਆ ਰਹੇ ਆ, ਸਾਡੇ ਨਵੇਂ ਆਇਰਨ ਕਲਾਸ ਸ਼ਿਪ ਜਿਹੜੇ ਉਹ ਹਾਈਬ੍ਰਿਡ ਨੇ, ਨਵੇਂ ਸ਼ਿਪ ਜਿਹੜੇ ਆਉਣੇ BC Ferries ਉਹ ਵੀ ਤਕਰੀਬਨ ਹਾਈਬ੍ਰਿਡ ਹੀ ਹੋਣਗੇ ਕਿਸ ਤਰੀਕੇ ਨਾਲ। LNG यूज़ की थी थोड़े देर पहला थोड़े शिप्स थे बिकॉज उसे रीजन करके। सो बट आई थिंक दैट इट इज द बेसिक एस्पैक्ट जी ट्रेनिंग थोड़ी जी नॉलेज आ सिस्टम बारे ਉਹਨੂੰ ਕੋਈ ਨਹੀਂ ਬਾਈਪਾਸ ਕਰ ਸਕਦਾ, ਕਿਉਂਕਿ ਜਿੰਨੇ ਵੀ ਸਿਸਟਮ ਆ, ਜਿੰਨੀ ਵੀ ਟੈਕਨੋਲੋਜੀ ਇੰਪਰੂਵ ਹੋ ਜਾਏ,
ਕਰ ਤਾਂ ਉਹ ਲੋਕ ਹੀ ਰਹੇ ਆ, ਬੰਦੇ ਕਰ ਰਹੇ ਜਿਹੜੇ ਕੰਮ ਕਰ ਰਿਹਾ, ਇਨਸਾਨ ਕਰ ਰਿਹਾ, ਉਹ ਇਨਸਾਨ ਦੇ ਆਪਦੀ ਹੈਲਪ ਵਾਸਤੇ ਆ। ਹਾਂਜੀ। ਸੋ ਐਂਡ ਆਈ ਥਿੰਕ ਦੈਟ ਇਜ਼ ਹਾਊ ਇਟ ਇਜ਼ ਪ੍ਰੋਬਬਲੀ ਗੋਇੰ ਟੂ ਬੀ। ਸੋ ਤੇ ਬੇਸ ਨੌਲੇਜ ਉਹ ਸੇਮ ਹੀ ਰਹਿਣੀ ਹੈ, ਉਹ ਸਕਿੱਲ ਸੈਟਸ ਜਿਹੜੇ ਬੇਸਿਕਸ ਤਾਂ ਹਜੇ ਵੀ ਆਉਣੇ ਚਾਹੀਦੇ ਆ। ਅਸੀਂ ਸ਼ਿਪ ਤੇ ਨੋਰਮਲੀ ਗੱਲ ਕਰਦੇ ਹੁੰਦੇ ਹਾਂ, ਜੇ ਸਭ ਕੁਝ ਖਤਮ ਫੇਲ ਹੋ ਜਾਵੇ ਇਸ ਟਾਈਮ, ਹਾਂਜੀ, ਤੁਹਾਨੂੰ ਫਿਰ ਵੀ ਇਹਦੇ ਘਰੇ ਆਉਣਾ ਜਾਣਾ ਚਾਹੀਦਾ। that makes me feel good ਵੀ ਅਸੀਂ ਫਿਰ ਸੱਚੀ ਸੁਰੱਖਿਅਤ ਬਿਲਕੁਲ, ਹਾਂ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਬਿਕਾਜ਼ ਅਸੀਂ ਹਜੇ ਵੀ ਵਿਜ਼ੂਅਲ ਨੈਵੀਗੇਸ਼ਨ ਪ੍ਰੈਕਟਿਸ ਕਰਦੇ ਹਾਂ। ਇਕੁਇਪਮੈਂਟ ਸਾਰੀ ਹੈਗੀ ਆ ਜਿਹੜੀ ਹੈ, ਬਟ ਯੂ ਸਟਿਲ ਕਾਈਂਡ ਆਫ ਹੈਵ ਯੂ ਬੇਸਿਕਸ ਜਿਹੜੇ ਆਪਦੇ ਆ ਉਹ ਬਹੁਤ ਸਟਰੋਂਗ ਰੱਖਣੇ ਚਾਹੀਦੇ ਤੇ ਰੱਖਦੇ ਵੀ ਆ ਲੋਕ। ਲਵਲੀ। ਜਾਣ ਤੋਂ ਪਹਿਲਾਂ ਕੈਪਟਨ ਗਰੇਵਾਲ, ਮੈਂ ਤੁਹਾਨੂੰ ਸਾਡੇ ਸਾਰਿਆਂ ਵੱਲੋਂ ਇਹ ਸਵਾਲ ਪੁੱਛਣਾ ਚਾਹੂੰਗੀ ਕਿ ਤੁਸੀਂ ਸਾਡੀ ਸੁਰੱਖਿਆ ਦੇ ਲਈ ਇੰਨਾ ਕੁਝ ਕਰਦੇ ਹੋ, ਰਾਈਟ, ਟੂ ਮੇਕ ਅਸ ਆਲ ਫੀਲ ਸੇਫ ਵੈਨ ਵੀਰ ਔਨ ਬੋਰਡ। ਆਪਣੇ ਵੱਲੋਂ ਅਸੀਂ ਕੀ ਕਰ ਸਕਦੇ ਹਾਂ? ਜਿਹੜੇ ਕਮਿਊਨਿਟੀ ਮੈਂਬਰਸ ਸੁਣ ਰਹੇ ਨੇ, ਉਹਨਾਂ ਨੂੰ ਸ਼ਾਇਦ ਕਈ ਚੀਜ਼ਾਂ ਦਾ ਨਾ ਪਤਾ ਹੋਵੇ ਜਾਂ ਸਾਡੇ ਕੋਈ ਗਲਤ ਧਾਰਨਾ ਹੋਵੇ ਦਿਮਾਗ ਦੇ ਵਿੱਚ, ਕਮਿਊਨਿਟੀ ਮੈਂਬਰਸ ਕਿਵੇਂ ਇਹ ਮੇਕ ਸ਼ੋਰ ਕਰ ਸਕਦੇ ਆ ਕਿ ਸਾਡੇ ਵੱਲੋਂ ਵੀ ਸਮੂਥ ਸੇਲਿੰਗ ਦੇ ਵਿੱਚ ਪੂਰਾ ਯੋਗਦਾਨ ਹੋਵੇ? ਮੈਂ ਇਹੀ ਕਹੂੰਗਾ ਵੀ ਸਭ ਤੋਂ ਇੰਪੋਰਟੈਂਟ ਹੈ ਪਲਾਨ ਕਰੋ ਆਪਦਾ ਟ੍ਰਿਪ। ਓਕੇ, ਪਲਾਨ ਅਹੈਡ ਸੋ ਯੂ ਆਰ ਨਾਟ ਰਸ਼ਿੰਗ। BC very ਬਹੁਤ ਫਾਸਟ ਪੇਸ ਐਨਵਾਇਰਨਮੈਂਟ ਆ। ਇੱਕ ਚੀਜ਼ ਮੈਂ ਥੋੜ੍ਹੀ ਦੱਸਦਾ, ਸ਼ਾਇਦ ਤੁਹਾਡੇ ਸ਼ਰੋਤਿਆਂ ਨੂੰ ਨਹੀਂ ਪਤਾ ਹੁੰਦਾ ਜਦੋਂ ਆਪਾਂ ਨਹੀਂ ਕਰਦੇ। ਜਿਹੜੀਆਂ ਵਿਕਟੋਰੀਆ ਵੈਨਕੂਵਰ ਵਾਲੀ ਫੇਰੀ ਆ, ਉਹਨੂੰ ਟਰਮੀਨਲ ਦੇ ਵਿੱਚ, ਪੋਰਟ ਦੇ ਵਿੱਚ 25 ਮਿੰਟ ਮਿਲਦੇ ਆ ਸਕੇਜੂਲ 'ਚ। ਅੱਛਾ ਜੀ। ਉਹ 25 ਮਿੰਟ ਦੇ ਵਿੱਚ ਤਕਰੀਬਨ 700 ਵਹੀਕਲ ਆਵਾਜਾਈ ਕਰਦੇ ਆ। ਵਾਓ। 350 ਤਕਰੀਬ ਉਤਰ ਜਾਂਦੇ ਆ, 350 ਚੜ੍ਹੇ ਆਉਂਦੇ ਆ ਸਮਰ ਮੰਥ ਸਪੈਸ਼ਲੀ ਜਦੋਂ ਬਿਜ਼ੀ ਹੁੰਦੇ ਆ। ਅਤੇ ਆਲਮੋਸਟ up to 2,100 passengers those ships can carry. So 2100 ਪੈਸੇਂਜਰ ਵੀ ਅਪ ਡਾਊਨ ਹੁੰਦਾ। ਉਸੇ ਪੀਰੀਅਡ ਦੇ ਵਿੱਚ ਸਟੋਰਸ ਵੀ ਲੈਣੇ ਆ, ਜਿਹੜੇ ਗਰੋਸਰੀ ਲੈਣੀਆਂ ਉਹਨਾਂ ਨੇ, ਸਪਲਾਈਜ਼ ਵੀ ਲੈਣੀਆਂ ਨੇ। ਉਹਦੇ 'ਚ ਗਾਰਬੇਜ ਰੀਸਾਈਕਲਿੰਗ ਵਗੈਰਾ ਉਹ ਵੀ ਅਪ ਡਾਊਨ ਹੁੰਦਾ, ਕਲੀਨਿੰਗ ਵੀ। ਉਹਦੇ 'ਚ ਕਰੂ ਚੇਂਜ ਵੀ ਹੋ ਜਾਂਦਾ। ਤੋ ਇਹ ਸਾਰਾ ਕੁਛ ਚੱਲ ਰਿਹਾ, ਤੇ ਤਿੰਨ ਕਨੈਕਸ਼ਨ ਹੁੰਦੇ ਆ ਸ਼ਿਪ ਤੇ ਲੱਗੇ ਹੋਏ, 2 ਰੈਂਪ ਲੱਗੇ ਹੋਏ, ਇੱਕ ਵਾਕਵੇ ਲੱਗਿਆ ਹੋਇਆ। ਉਹ ਤਿੰਨੇ ਚੀਜ਼ਾਂ ਵੀ ਮੋਨੀਟਰ ਕਰਨੀਆਂ ਨੇ ਉਹਨਾਂ ਲੋਕਾਂ ਨੇ। ਯੈਸ। ਸੋ ਇਟਸ ਅ ਵੈਰੀ ਫਾਸਟ ਪੇਸਡ ਐਨਵਾਇਰਨਮੈਂਟ। ਇੱਕ ਪਲਾਨ ਕਰੋ ਪਹਿਲਾਂ, ਥੋੜਾ ਜਿਹਾ ਪਲੀਜ਼ ਬੀ ਕਾਈਂਡ। ਮੋਸਟ ਇੰਪੋਰਟੈਂਟ, ਵੀ ਆਲ ਸ਼ੁਡ ਬੀ ਕਾਈਂਡ ਟੂ ਈਚ ਅਦਰ। ਬੀ ਪੇਸ਼ੈਂਸ, ਥੋੜੀ ਜਿਹੀ ਪੇਸ਼ੈਂਸ ਰੱਖੋ। ਜੇ ਤੁਹਾਨੂੰ ਕਿਹਾ ਉਹਨਾਂ ਨੇ ਕੁਛ ਕਰਨ ਨੂੰ, ਕਰਨਗੇ ਤੁਹਾਡੇ ਵਾਸਤੇ। ਠੀਕ ਆ। ਥੋੜੀ ਜਿਹੀ ਪੇਸ਼ੈਂਸ ਰੱਖੋ ਤੇ ਸੁਣੋ ਉਹਨਾਂ ਦੀ ਗੱਲ। ਦ ਫੋਲੋਇੰਗ ਡਾਇਰੈਕਸ਼ਨ ਇਜ਼ ਅਲਟੀਮੇਟਲੀ ਇੰਪੋਰਟੈਂਟ, ਬਿਕਾਜ਼ ਜੇ ਤੁਸੀਂ ਉਹਨਾਂ ਦੀ ਡਾਇਰੈਕਸ਼ਨ ਫੋਲੋ ਕਰਦੇ ਹੋ ਤਾਂ ਉਹਨਾਂ ਨੂੰ ਪਤਾ ਅਸੀਂ 25 ਮਿੰਟ ਦੇ ਵਿੱਚ ਕੰਮ ਕਰ ਸਕਦੇ ਹਾਂ। ਜਦੋਂ ਇੱਕ ਕਸਟਮਰ ਡਾਇਰੈਕਸ਼ਨ ਫੋਲੋ ਨਹੀਂ ਕਰਦਾ, ਗਲਤ ਲੇਨ 'ਚ ਚਲਿਆ ਗਿਆ ਜਾਂ ਕਿਤੇ ਹੋਰ ਪਾਸੇ ਹੋ ਗਿਆ, ਉਹਨੂੰ ਕਰੈਕਟ ਕਰਨ ਵਾਸਤੇ ਸਾਨੂੰ ਜ਼ਿਆਦਾ ਟਾਈਮ ਲੱਗ ਜਾਂਦਾ। ਫਿਰ ਡਿਲੇਜ਼ ਹੁੰਦੇ ਆ। ਕਿਸੇ ਨੇ ਗੱਡੀ ਨਹੀਂ ਸਟਾਰਟ ਹੋਈ, you were watching something or you didn't know how your vehicle is, ਤੁਹਾਨੂੰ ਜੰਪ ਸਟਾਰਟ ਹੈਲਪ ਕਰਨੀ ਪੈਣੀ ਆ, ਉਹਦੇ 'ਚ ਡਿਲੇ ਹੋ ਜਾਣਾ। So those are little things which I say, but every little piece matters in this puzzle. So ਉਹ ਇੱਕ ਮੇਰੀ ਗੁਜ਼ਾਰਿਸ਼ ਆ ਵੀ ਥੋੜ੍ਹੀ ਜਿਹੀ ਪੇਸ਼ੈਂਸ ਰੱਖੋ, ਥੋੜ੍ਹੀ ਗੱਲ ਸੁਣੋ ਉਹਨਾਂ ਦੀ, ਸਪੈਸ਼ਲੀ ਜੇ ਕੋਈ ਅਨਾਊਂਸਮੈਂਟਸ ਹੁੰਦੀਆਂ ਨੇ ਜਾਂ ਕੁਛ ਹੁੰਦੀਆਂ ਨੇ ਉਹ ਸੁਣੋ। ਇੱਕ ਹੋਰ ਵੱਡੀ ਮੇਰੀ ਰਿਕੁਐਸਟ ਆ ਸਾਰਿਆਂ ਨੂੰ, ਆਪਦੀਆਂ ਗੱਡੀਆਂ ਦਾ ਸਿਕਿਉਰਿਟੀ ਅਲਾਰਮ ਕਿਵੇਂ ਸਵਿਚ ਆਫ ਕਰੀਦਾ ਉਹਦਾ ਜ਼ਰੂਰ ਪਤਾ ਕਰੋ। ਕਿਉਂਕਿ ਜਦੋਂ ਹੋਰ ਅਲਾਰਮ ਵੱਜਦੇ ਆ, ਪੈਟਸ ਤੰਗ ਹੁੰਦੇ ਆ, ਲੋਕ ਤੰਗ ਹੁੰਦੇ ਆ, ਬਿਕੋਜ਼ ਲੋਕਾਂ ਨੇ ਪੈਟ ਛੱਡ ਕੇ ਜਾਣੇ ਆ ਆਪਦੇ, ਤੇ ਜਿਹੜੇ ਨਾਲ ਦੇ ਹੈਗੇ ਆ ਤੁਹਾਡੇ ਪੈਸੇਂਜਰ ਉਹ ਤੰਗ ਹੁੰਦੇ ਆ, ਆਪਾਂ ਆਪ ਵੀ ਓਬਜ਼ਰਵ ਕਰਦੇ ਹਾਂ। ਸੋ ਬਸ ਇਹ ਥੋੜ੍ਹੀਆਂ ਚੀਜ਼ਾਂ, ਇਹਦਾ ਰੱਖੋ ਖਿਆਲ ਤੇ enjoy your sailings with BC Ferries. Then it's smooth sailing. Well, thank you so much, Captain Hardeep Garewal ਜੀ। ਤੁਸੀਂ ਉਹਨਾਂ ਚੀਜ਼ਾਂ ਉੱਪਰ ਚਾਨਣਾ ਪਾਇਆ ਜਿਹਦੇ ਬਾਰੇ ਸਾਨੂੰ ਪਤਾ ਨਹੀਂ, ਅਸੀਂ ਸੋਚਦੇ ਨਹੀਂ, ਐਂਡ ਅਸੀਂ ਸਾਰੀ ਕਮਿਊਨਿਟੀ ਵੱਲੋਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ, ਤੁਹਾਡੀ ਟੀਮ ਦਾ ਵੀ, ਕਿ ਤੁਸੀਂ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਇੰਨਾ ਹਾਰਡ ਵਰਕ ਕਰਦੇ ਹਾਂ। ਥੈਂਕ ਯੂ ਸੋ ਮਚ ਆਪਣਾ ਸਮਾਂ ਕੱਢ ਕੇ ਆਉਣ ਦੇ ਲਈ। Thank you very much ਜੀ, and thank you very much for your audience, listeners. ਬਹੁਤ ਮਿਹਰਬਾਨੀ। Travel with us. Hopefully I will see you guys around. I am traveling a lot. ਬਹੁਤ ਵਾਰੀ ਹੁੰਦਾ ਤੇ ਜੀ ਸੱਦ ਕੇ ਤੇ ਤੁਹਾਨੂੰ ਮਿਲਾਂਗੇ। Absolutely. We'll see you on board. Absolutely. Thank you, Captain Garewal, and ਸੁਣਦੇ ਰਹੋ ਇਸ ਦੇ ਨਾਲ ਹੀ Red FM ਤੇ The Evening Show.